ਸਵਾਗਤ। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਜ਼ਿੰਦਗੀ ਬੜੀ ਖੂਬਸੂਰਤ ਹੈ ਔਰ ਇਸ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਇਸ ਦੇ ਵਿੱਚ ਕੁਝ ਕਵਿਤਾਵਾਂ ਸ਼ਾਮਲ ਕਰਦੇ ਹਾਂ ਔਰ ਕੁਝ ਗੀਤ ਸ਼ਾਮਲ ਕਰਦੇ ਹਾਂ, ਕੁਝ ਗਜ਼ਲਾਂ ਸ਼ਾਮਲ ਕਰਦੇ ਹਾਂ, ਕਿਉਂਕਿ ਜ਼ਿੰਦਗੀ ਤੁਰਦੀ ਫਿਰਦੀ ਆਪਣੇ ਆਪ ਦੇ ਵਿੱਚ ਇੱਕ ਕਵਿਤਾ ਹੁੰਦੀ ਹੈ ਔਰ ਇਸ ਕਵਿਤਾ ਨੂੰ ਮਾਨਣ ਦਾ ਹੁਨਰ, ਤਰੀਕਾ, ਸਲੀਕਾ ਸਾਨੂੰ ਸਾਰਿਆਂ ਨੂੰ ਸਿੱਖਣਾ ਪੈਂਦਾ ਹੈ। ਜਿਹੜੇ ਲੋਕ ਇਸ ਨੂੰ ਸਿੱਖ ਲੈਂਦੇ ਨੇ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵੀ ਸੁਰਮਈ ਹੋ ਜਾਂਦੀ ਹੈ। ਤੇ ਅੱਜ ਅਸੀਂ ਤੁਹਾਡੇ ਗੱਲਾਂ ਤੇ ਗੀਤ ਦੇ ਕੁਝ ਪਲ ਸੁਰਮਈ ਕਰਾਂਗੇ, ਕਾਵਮਈ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਕਵਿਤਾ ਦੇ ਸੰਬੰਧ ਵਿੱਚ ਗੱਲਾਂ ਹੋਣਗੀਆਂ ਬਹੁਤ ਸਾਰੀਆਂ ਕਿ ਔਰਤ ਲੇਖਕਾਂ ਖਾਸ ਕਰਕੇ ਇਸ ਸਮਾਜ ਦੇ ਅੰਦਰ ਕਿਹੋ ਜਿਹੀਆਂ ਕਵਿਤਾਵਾਂ ਰਚ ਰਹੀਆਂ ਨੇ, ਕਿਹੋ ਜਿਹਾ ਯੋਗਦਾਨ ਪਾ ਰਹੀਆਂ ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਔਰ ਸਾਡੀ ਗੱਲਬਾਤ ਦੇ ਵਿੱਚ ਅੱਜ ਉਚੇਚੇ ਤੌਰ ਤੇ ਸ਼ਾਮਲ ਹੋਣ ਦੇ ਲਈ ਸ਼ਿਰਕਤ ਫਰਮਾਨ ਹੈ ਜੀ ਸਾਡੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਕੁਲਜੀਤ ਕੌਰ ਮੰਡ ਜੀ, ਜਿਹੜੇ ਕਿ ਮੁੱਖ ਅਧਿਆਪਕਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਆਨੰਦਪੁਰ, ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ, ਔਰ ਅੱਜ ਉਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਨੇ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਤੇ ਗੱਲਬਾਤ ਦਾ ਸਿਲਸਿਲਾ ਅਸੀਂ ਸ਼ੁਰੂ ਕਰਨਾ ਚਾਹਾਂਗੇ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ, ਜਦੋਂ ਅੱਖ ਪੱਟਦੀ ਹੈ ਆਪਣੇ ਆਪ ਦੇ ਵਿੱਚ ਇੱਕ ਕਵਿਤਾ ਹੁੰਦੀ ਹੈ, ਚਾਹੇ ਉਹ ਮਾਂ ਦੀ ਲੋਰੀ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਫਿਰ ਆਲੇ ਦੁਆਲੇ ਜਿਹੜੇ ਗਾਉਣ ਬੈਠਦੇ ਨੇ ਉਹਨਾਂ ਦੇ ਰੂਪ ਦੇ ਵਿੱਚ ਹੋਵੇ। ਤੁਸੀਂ ਆਪਣਾ ਸਭ ਤੋਂ ਪਹਿਲਾਂ ਤੇ ਸਾਨੂੰ ਪਿਛੋਕੜ ਜਿਹੜਾ ਉਹਦੇ ਬਾਰੇ ਦੱਸੋ, ਫਿਰ ਕਵਿਤਾ ਹੌਲੀ ਹੌਲੀ ਰੁਮਕਦੀ ਹੋਈ ਅੱਗੇ ਵਧੇਗੀ। ਜੀ ਸਰ, ਮੇਰੇ ਵੱਲੋਂ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਿਵੇਂ ਕਿ ਸਰ ਦੱਸ ਚੁੱਕੇ ਨੇ ਕੁਲਜੀਤ ਕੌਰ ਮੰਡ ਹੈ ਔਰ ਮੇਰਾ ਕਿੱਤਾ ਜੋ ਹੈ ਉਹ ਅਧਿਆਪਨ ਹੈ। ਮੇਰਾ ਪਰਿਵਾਰ ਜੋ ਹੈ ਉਹਦੇ ਵਿੱਚ ਮੇਰੇ ਸਰਦਾਰ ਜੀ ਪ੍ਰਗਟ ਸਿੰਘ ਮੰਡ ਜੀ, ਜੋ ਕਿ ਬਦਕਿਸਮਤੀ ਸੀ ਮੇਰੀ ਕਿ 31 ਅਕਤੂਬਰ 2017 ਨੂੰ ਸਾਨੂੰ ਛੱਡ ਕੇ ਇੱਕ ਸੜਕ ਹਾਦਸੇ ਵਿੱਚ ਚਲੇ ਗਏ ਜੀ। ਅਫਸੋਸ ਹੈ ਉਸ ਦਾ। ਤੇ ਮੇਰੀ ਜ਼ਿੰਦਗੀ ਦਾ ਹਾਸਲ ਮੇਰੇ 2 ਬੇਟੇ ਤੇ ਮੇਰੇ ਸੱਸ ਮਾਂ ਜੀ, ਜਿਨ੍ਹਾਂ ਦੀ ਬਦੌਲਤ ਇੱਥੇ ਮੈਂ ਪਹੁੰਚੀ ਹਾਂ। ਕੀ ਬਾਤ ਹੈ ਜੀ, ਕੀ ਬਾਤ। ਜੇਕਰ ਪਰਿਵਾਰ ਦਾ ਹੱਥ ਹੋਵੇ ਨਾ ਸਾਡੇ ਸਿਰ ਦੇ ਉੱਪਰ ਫਿਰ ਬੰਦਾ ਉੱਡਦਾ ਫਿਰਦਾ ਹੈ, ਹਾਂਜੀ, ਉਡਾਰੀਆਂ ਮਾਰਦਾ ਹੈ। ਔਰ ਕਿਉਂਕਿ ਪਰਿਵਾਰ ਸਾਡੀ ਸਭ ਤੋਂ ਵੱਡੀ ਤਾਕਤ ਵੀ ਹੁੰਦਾ ਹੈ, ਕਮਜ਼ੋਰੀ ਵੀ ਹੁੰਦਾ ਹੈ, ਪਰ ਤੁਹਾਡੀ ਤਾਕਤ ਬਣੀ ਹੈ ਤੁਹਾਡਾ ਪਰਿਵਾਰ ਔਰ ਤੁਸੀਂ ਕਵਿਤਾ ਦੇ ਖੇਤਰ ਦੇ ਵਿੱਚ ਉਡਾਰੀਆਂ ਮਾਰ ਰਹੇ ਹੋ। ਯਾਦ ਹੈ ਤੁਹਾਨੂੰ ਕਿ ਪਹਿਲੀ ਕਵਿਤਾ ਤੁਸੀਂ ਕਦੋਂ ਲਿਖੀ ਹੋਏਗੀ? ਜੀ ਮੈਨੂੰ ਯਾਦ ਹੈ ਕਿ ਮੈਂ ਅਜੇ 5ਵੀਂ ਕਲਾਸ ਵਿੱਚ ਪੜ੍ਹ ਰਹੀ ਸੀ। ਅੱਛਾ। ਤੇ ਉਹਨਾਂ ਦਿਨਾਂ ਵਿੱਚ ਮੈਂ ਫੀਲ ਕਰਦੀ ਕਿ ਜੋ ਵੀ ਮੇਰੇ ਨਾਲ ਮੇਰੇ ਹਮ ਉਮਰ ਬੱਚੇ ਆ ਜੀ, ਉਹਨਾਂ ਤੇ ਕਿਸੇ ਵੀ ਘਟਨਾ ਦਾ ਉਹਨਾਂ ਅਸਰ ਨਹੀਂ ਹੁੰਦਾ ਜਿੰਨਾ ਪ੍ਰਭਾਵ ਮੈਂ ਕਬੂਲਦੀ ਹਾਂ। ਤੇ ਉਸ ਪ੍ਰਭਾਵ ਤੋਂ ਕਬੂਲਣ ਤੋਂ ਬਾਅਦ ਮੇਰੇ ਅੰਦਰ ਵਲਵਲੇ ਜਿਹੜੇ ਸੀ ਉਹ ਠਾਠਾਂ ਮਾਰਨ ਲੱਗਦੇ ਤੇ ਮੈਂ ਕਾਗਜ਼ ਦੀ ਹਿੱਕ ਤੇ ਉਹਨਾਂ ਨੂੰ ਉਲੀਕ ਦਿੰਦੀ। ਵਾਹ। ਚੰਦ ਸ਼ਬਦ ਲਿਖਦਿਆਂ ਇੱਕ ਦਿਨ ਦੀ ਗੱਲ ਹੈ ਕਿ ਮੇਰੇ ਡੀਪੀ ਸਰ ਸਰਦਾਰ ਹਰਪਾਲ ਸਿੰਘ ਜੀ ਮੇਰੇ ਕੋਲ ਆਏ ਤੇ ਵੇਖ ਰਹੇ ਸੀ ਕਿ ਇਹ ਰੋਜ਼ ਕੁਛ ਲਿਖਦੀ ਹੈ ਫਿਰ ਮਿਟਾ ਦਿੰਦੀ ਹੈ। ਪਰਿਵਾਰ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ ਕਿ ਮੇਰੀ ਜਿਹੜੀ ਆ ਉਹ ਜਲਦੀ ਪਹਿਚਾਣ ਸਕਦਾ ਕਿ ਇਹਦਾ ਚੇਟਕ ਆ ਇਹਦੇ ਵਿੱਚ ਸਾਹਿਤ ਵਿੱਚ ਆ। ਤੇ ਉਹਨਾਂ ਨੇ ਜਦੋਂ ਕਾਪੀ ਮੇਰੀ ਵੇਖੀ ਤੇ ਵੇਖਦਿਆਂ ਕਹਿੰਦੇ ਕਿ ਇਹਦੇ ਵਿੱਚ ਤੇ ਮੈਨੂੰ ਯਾਦ ਹੈ ਕਿ ਮੈਂ ਹਵਾਨ ਕਹਾ ਲਿਖੀ ਸੀ ਕਵਿਤਾ। ਤੇ ਉਹਨਾਂ ਦਿਨਾਂ ਵਿੱਚ ਕੋਈ ਘਟਨਾ ਵਾਪਰੀ ਸੀ ਦਾਜ ਨੂੰ ਲੈ ਕੇ ਤੇ ਉਹਨੇ ਮੈਨੂੰ ਇੰਨਾ ਵਿਆਕੁਲ ਕਰ ਦਿੱਤਾ ਕਿ ਮੈਂ 5ਵੀਂ ਕਲਾਸ ਵਿੱਚ ਉਹ ਪਹਿਲੀ ਕਵਿਤਾ ਜਿਹੜੀ ਆ ਉਹ ਲਿਖੀ। ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੰਨੇ ਪਿਆਰੇ ਸ਼ਬਦ ਜੋ ਆ ਇੰਨੇ ਛੋਟੇ ਮਨ ਦੀ ਉਪਜ ਨਹੀਂ ਹੋ ਸਕਦੇ। ਬਾਅਦ ਵਿੱਚ ਜਦੋਂ ਉਹਨਾਂ ਨੇ ਮੇਰੇ ਇਸ ਚੇਟਕ ਨੂੰ ਪਹਿਚਾਣਿਆ ਤੇ ਮੇਰੀ ਕਾਫੀ ਹੈਲਪ ਕੀਤੀ। ਉਸ ਤੋਂ ਬਾਅਦ +1 2 ਚ ਮੈਨੂੰ ਸਰਦਾਰ ਸੁਰਜੀਤ ਸਿੰਘ ਜੀ ਮੇਰੇ ਅਧਿਆਪਕ ਸੀ ਜੀ, ਤੇ ਉਹ ਪਾਤਰ ਸਾਹਿਬ ਦੀਆਂ ਕਵਿਤਾਵਾਂ ਅਕਸਰ ਗੁਣਗੁਣਾਉਂਦੇ ਹੁੰਦੇ ਸੀ। ਅੱਛਾ। ਕਵੀ ਦਰਬਾਰ ਮੈਂ ਬਚਪਨ ਤੋਂ ਹੀ ਵੇਖਣ ਦੀ ਬੜੀ ਸ਼ੌਕੀਨ ਸੀ, ਪਰ ਮੈਂ ਆਪਣੇ ਅੰਦਰ ਕੀ ਚੱਲਦਾ ਵਾ ਉਸ ਚੀਜ਼ ਨੂੰ ਉਨੀ ਦੇਰ ਤੱਕ ਪਹਿਚਾਣ ਨਹੀਂ ਸੀ ਪਾਈ। ਕੀ ਬਾਤ ਹੈ ਜੀ। ਅੰਦਰ ਕੁਝ ਹਲਚਲ ਚੱਲ ਰਹੀ ਸੀ, ਕੁਝ ਖਲਲ ਚੱਲ ਰਿਹਾ ਸੀ ਕਿ ਜਿਹੜਾ ਕਵਿਤਾ ਬਣ ਕੇ ਉਹ ਬਾਹਰ ਨਿਕਲਣਾ ਚਾਹੁੰਦਾ ਸੀ। ਔਰ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਇਸ ਸਾਹਿਤਕ ਸਫ਼ਰ ਦੀ, ਕਿਉਂਕਿ ਇਹ ਸਫ਼ਰ ਸ਼ੁਰੂ ਹੋ ਗਿਆ 5ਵੀਂ ਕਲਾਸ ਤੋਂ, ਛੋਟੀ ਜੀ ਉਮਰ ਦੇ ਵਿੱਚੋਂ ਹੀ। ਔਰ ਦੇਖੋ ਇਹ ਉਮਰ ਜਿਹੜੀ ਹੁੰਦੀ ਆ ਇਹ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਣ ਦੀ ਉਮਰ ਹੁੰਦੀ ਹੈ ਔਰ ਤੁਸੀਂ ਆਪਣੇ ਚਾਵਾਂ ਨੂੰ, ਆਪਣੇ ਜਜ਼ਬਿਆਂ ਨੂੰ ਗੁੱਡੀਆਂ ਪਟੋਲੇ ਬਣਾ ਕੇ ਕਾਗਜ਼ ਦੀ ਧਰਤੀ ਦੇ ਉੱਪਰ ਉਹਨਾਂ ਨੂੰ ਖਿਡਾਉਣ ਲੱਗ ਪਏ। ਔਰ ਫਿਰ ਤੁਸੀਂ ਆਪ ਕਦੋਂ ਸਮਝਦੇ ਹੋ ਕਿ ਹਾਂ ਇਹ ਕਵਿਤਾ ਜਿਹੜੀ ਹੈ ਹੁਣ ਮੈਂ ਪਰਪੱਕਤਾ ਵੱਲ ਜਾ ਰਹੀ ਹਾਂ, ਉਦੋਂ ਕਦੋਂ ਕੁ ਗਿਆਨ ਆਇਆ? ਹਾਂਜੀ ਸਰ, ਜਦੋਂ ਮੈਂ ਕਾਲਜ ਲੈਵਲ ਤੇ ਗਈ, ਗ੍ਰੈਜੂਏਸ਼ਨ ਕਰ ਰਹੀ ਸੀ ਤੇ ਉਹਨਾਂ ਦਿਨਾਂ 'ਚ ਸਾਡੇ ਸਾਹਿਤ ਗੰਗਾ ਮੈਗਜ਼ੀਨ ਛਪਦਾ ਸੀ। ਅੱਛਾ। ਉਹਦੇ ਵਾਸਤੇ ਪ੍ਰਿੰਸੀਪਲ ਨੇ ਅਨਾਊਂਸ ਕੀਤਾ ਕਿ ਤੁਸੀਂ ਕੋਈ ਵੀ ਜੋ ਵੀ ਕਵਿਤਾ ਲਿਖਦਾ। ਮੈਂ ਜਦੋਂ ਉਹਨਾਂ ਨੂੰ ਚੰਦ ਕੁ ਲਾਈਨਾਂ ਆਪਣੀਆਂ ਲਿਖੀਆਂ ਦਿਖਾਈਆਂ ਤੇ ਉਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਤੇ ਕਿਹਾ ਕਿ ਇਹ ਤੇ ਬਿਲਕੁਲ ਕਵਿਤਾ ਵਾ।
ਤੇ ਫਿਰ ਨਿਰੰਤਰ ਉਸ ਮੈਗਜ਼ੀਨ ਵਿੱਚ ਮੇਰੀਆਂ ਕਵਿਤਾਵਾਂ ਜਿਹੜੀਆਂ ਵਾ ਅੱਛਾ, ਛਪਦੀਆਂ ਤੁਹਾਨੂੰ ਉਦੋਂ ਨਹੀਂ ਪਤਾ ਸੀ ਕਿ ਤੁਸੀਂ ਕੀ ਲਿਖ ਰਹੇ ਹੋ? ਜੀ ਬਿਲਕੁਲ ਨਹੀਂ। ਜਦੋਂ ਪੰਜਾਬੀ ਦੇ ਲੈਕਚਰਰ ਮੈਮ ਨੇ ਵੇਖਿਆ ਤੇ ਉਹ ਕਹਿ ਰਹੇ ਕਿ ਬਹੁਤ ਸੋਹਣੀ ਕਵਿਤਾ ਵਾ, ਤੇ ਫਿਰ ਉਸ ਤੋਂ ਬਾਅਦ ਨਿਰੰਤਰ ਜਿਹੜਾ ਸਿਲਸਿਲਾ ਵਾ ਸ਼ੁਰੂ ਹੋ ਗਿਆ ਜੀ। ਤੇ ਅਸੀਂ ਕਿਉਂਕਿ ਅੱਜ ਕੁਲਜੀਤ ਕੌਰ ਮੰਡ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਦੇ ਅੰਦਰ ਇੱਕ ਕਵਿਤਾ ਦਾ ਵਗਦਾ ਹੋਇਆ, ਸ਼ੂਕਦਾ ਹੋਇਆ ਦਰਿਆ, ਔਰ ਉਹਦੇ ਵਿੱਚੋਂ ਅਸੀਂ ਦੋ ਚਾਰ ਚੂੜੀਆਂ ਅਸੀਂ ਵੀ ਭਰਨੀਆਂ ਚਾਹੁੰਦੇ ਹਾਂ। ਕੋਈ ਕਵਿਤਾ ਹੋ ਜਾਵੇ ਇਸ ਵੇਲੇ ਕੋਈ? ਜੀ ਸਰ, ਮੈਂ ਮੁੱਢਲੇ ਦੌਰ ਦੀ ਆਪਣੀ ਕਵਿਤਾ, ਪਹਿਲੀ ਕਵਿਤਾ ਜੋ ਹੈ ਮੈਂ ਲਿਖੀ ਆ, ਉਹ ਮੈਂ ਤੁਹਾਨੂੰ ਸੁਣਾਉਣਾ ਚਾਹਾਂਗੀ। ਜ਼ਰੂਰ। ਪਿਆਰ ਮੁਹੱਬਤ ਦੇ ਕਿੱਸੇ ਕਿੱਥੇ ਮਨ ਨੂੰ ਪਾਉਂਦੇ ਨੇ, ਸੜਕਾਂ ਤੇ ਵਿਲਕਦੇ ਬਾਲ ਜਦ ਚੇਤੇ ਆਉਂਦੇ ਨੇ, ਵਾਹ। ਹੱਥਾਂ 'ਚ ਕਲਮਾਂ ਫੜਨ ਦੀ ਵਰੇਸ ਸੋਹਣਿਆਂ ਦੀ, ਭੁੱਖੇ ਢਿੱਡ ਬੇਵਸ ਲਾਲ ਸਿਰ ਤੇ ਮੈਲਾ ਢੋਂਦੇ ਨੇ, ਮਾਲਿਕ ਦੇ ਡਰ ਨਾਲ ਉਕਰ ਜਾਣ ਪੈਰਾਂ ਤੇ ਛਾਲੇ ਜੀ, ਦੰਦਾਂ ਹੇਠ ਜੀਭ ਦੱਬ ਆਪੇ ਅਥਰੂ ਵਰਾਉਂਦੇ ਨੇ, ਇਹਨਾਂ ਅੱਖਾਂ ਦੇ ਜੁਗ ਨੂੰ ਚਮਕ ਜਾਵਣ ਜੇ ਹੋਸ਼ ਕਰੀਏ ਜੀ, ਗੋਲਕਾਂ 'ਚ ਧਨ ਹੈ ਬਥੇਰਾ ਪਾਉਂਦੇ ਜੋ ਗਵਾਉਂਦੇ ਨੇ, ਸੁਣਿਆ ਬਾਲ ਮਜ਼ਦੂਰੀ ਲਈ ਬਣੇ ਕਾਨੂੰਨ ਡਾਢੇ, ਸ਼ਾਇਦ ਫਾਈਲਾਂ 'ਚ ਬੰਦ ਸਾਡਾ ਮੂੰਹ ਚੜਾਉਂਦੇ ਨੇ। ਕੀ ਬਾਤ ਹੈ ਜੀ। ਸਿਸਟਮ ਦੇ ਉੱਪਰ ਵੀ ਕਰਾਰੀਆਂ ਚੋਟਾਂ ਜਿਹੜੀਆਂ ਇਹ ਕਵਿਤਾਵਾਂ ਕਰਦੀਆਂ ਨੇ, ਔਰ ਕਵੀ ਉਹੀ ਜਿਹੜੇ ਸੱਚ ਨੂੰ ਸੱਚ ਕਹਿਣ, ਧੁੱਪ ਨੂੰ ਧੁੱਪ ਕਹਿਣ, ਛਾਂ ਨੂੰ ਛਾਂ ਕਹਿਣ, ਉਹੀ ਤੇ ਕਵੀ ਹੁੰਦੇ ਨੇ। ਔਰ ਤੁਹਾਡੇ ਅੰਦਰ ਵੀ ਉਹੋ ਜੀ ਇੱਕ ਭਾਵਨਾ ਜਿਹੜੀ ਹੈ, ਉਹੋ ਜੀ ਇੱਕ ਲਾਲਸਾ ਜਿਹੜੀ ਆ ਕਵਿਤਾ ਦੇ ਨਾਲ ਅੱਗੇ ਵਧਣ ਦੀ। ਔਰ ਜੇਕਰ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ ਇੱਕ ਦਾਜ ਦੀ ਘਟਨਾ ਬਾਲ ਮਨ 'ਤੇ ਬਹੁਤ ਪ੍ਰਭਾਵ ਪਾਉਂਦੀ ਹੈ, ਫਿਰ ਕਵਿਤਾ ਦੇ ਵੱਲ ਨਿਰੰਤਰ ਤੁਸੀਂ ਤੁਰੇ ਜਾਂਦੇ ਹੋ, ਲਗਾਤਾਰ ਵਧਦੇ ਜਾਂਦੇ ਹੋ। ਔਰ ਇਹ ਜਿਹੜਾ ਵਧਣਾ ਆ, ਇੱਕ ਤੇ ਦਾਜ ਦੀ ਘਟਨਾ ਨੇ ਪ੍ਰਭਾਵਿਤ ਕੀਤਾ, ਦੂਸਰਾ ਫਿਰ ਕਿੱਥੋਂ ਪ੍ਰੇਰਨਾ ਮਿਲਦੀ ਹੈ ਕਿ ਨਹੀਂ ਹੁਣ ਪਰਪੱਕ ਤੌਰ 'ਤੇ ਇਹਦੇ ਵੱਲਾਂ ਹੀ ਸਮਰਪਣ ਦੀ ਭਾਵਨਾ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਕਵਿਤਾ ਲਿਖਦਿਆਂ ਖੁਦ ਕਵਿਤਾ ਹੋ ਜਾਣਾ ਹੈ? ਹਾਂਜੀ ਸਰ, ਮੇਰੇ ਮਤਲਬ ਕਿ ਜਦੋਂ ਮੈਂ ਲਿਖ ਰਹੀ ਸੀ ਤੇ ਉਹਨਾਂ ਦਿਨਾਂ ਵਿੱਚ ਪਰਿਵਾਰ ਸਾਂਝੇ ਹੁੰਦੇ ਸੀ ਤੇ ਖੁੱਲੇ ਵਿਹੜੇ ਵਿੱਚ ਅਸੀਂ ਸੌਂਦੇ ਸੀ। ਪਰਿਵਾਰ ਦੇ ਲਗਭਗ 30 ਮੈਂਬਰ ਸੀ। ਵਾਹ ਜੀ ਵਾਹ। ਤੇ ਮੇਰੇ ਦਾਦਾ ਜੀ ਜੋ ਸੀ, ਉਹਨਾਂ ਦਾ ਸਾਹਿਤ ਨਾਲ ਬਹੁਤ ਪਿਆਰ ਸੀ। ਜਦੋਂ ਉਹ ਮੇਰੀ ਨਬਜ਼ ਪਹਿਚਾਨ ਚੁੱਕੇ ਸੀ, ਫਿਰ ਉਹ ਮੈਨੂੰ ਪ੍ਰੇਰਨਾ ਦਿੰਦੇ ਤੇ ਰਾਤ ਨੂੰ ਸਾਰੇ ਪਰਿਵਾਰ ਨੂੰ ਬਿਠਾ ਕੇ ਕਹਿੰਦੇ ਕਿ ਕੁਲਜੀਤ ਨੇ ਅੱਜ ਨਵੀਂ ਕਵਿਤਾ ਲਿਖੀ ਆ। ਅੱਛਾ। ਉਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਹੈ ਨਹੀਂ ਸੀ ਕਿ ਆਪਾਂ ਕੁਝ ਲਿਖਿਆ ਤੇ ਉਸ ਨੂੰ ਪੋਸਟ ਕਰ ਦਿੱਤਾ। ਫਿਰ ਪਰਿਵਾਰ ਦਾ ਇੰਨਾ ਸਹਿਯੋਗ ਮਿਲਿਆ ਕਿ ਨਿਰੰਤਰ ਮੈਂ ਲਿਖਣਾ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ। ਬਿਲਕੁਲ। ਔਰ ਪਰਿਵਾਰ ਦੇ 30 ਜੀ ਹੋਣ, ਹਾਂਜੀ, 30 ਜੀਆਂ ਨੂੰ ਕਵਿਤਾ ਸੁਣਾਈ ਹੋਵੇ, ਔਰ 30 ਜੀ ਅੱਗੇ ਜਾ ਕੇ ਲੋਕਾਂ ਨੂੰ ਕਵਿਤਾ ਸੁਣਾਉਣ, ਸੋਸ਼ਲ ਮੀਡੀਆ ਨਾਲੋਂ ਜ਼ਿਆਦਾ ਕੰਮ ਤੇ ਉਹਨਾਂ ਨੇ ਕਰ ਦੇਣਾ ਸੀਗਾ। ਕਿਉਂਕਿ ਉਦੋਂ ਲੋਕ ਸੋਸ਼ਲ ਮੀਡੀਆ ਤੇ ਨਹੀਂ ਸੀ, ਪਰ ਆਪ ਸੋਸ਼ਲ ਹੁੰਦੇ ਸੀ। ਬਿਲਕੁਲ। ਔਰ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਔਰ ਆਪਣੇ ਪਰਿਵਾਰ ਦੇ ਦੁੱਖਾਂ ਸੁੱਖਾਂ ਨੂੰ ਸਮਝਦਿਆਂ ਹੋਇਆਂ ਅੱਗੇ ਵਧਣਾ, ਔਰ ਕਵਿਤਾ ਤੋਂ ਬਾਅਦ ਫਿਰ ਗਜ਼ਲ ਵਾਲਾ ਵੀ ਹੱਥ ਅਜ਼ਮਾਈ ਕਰਨੀ। ਇਹ ਕਵਿਤਾ ਜਾਂ ਗਜ਼ਲ ਲਿਖਣ ਦੇ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਥਾਪੜਾ ਮਿਲ ਗਿਆ, ਸਾਡੇ ਅਧਿਆਪਕਾਂ ਦਾ ਘਰੋਂ ਮਿਲ ਗਿਆ, ਦਾਦਾ ਜੀ ਦਾ ਆਸ਼ੀਰਵਾਦ ਮਿਲ ਗਿਆ, ਕਿ ਉਸ ਤੋਂ ਬਾਅਦ ਕਿਸੇ ਗੁਰੂ ਦੇ ਲੜ ਲੱਗਣਾ ਕਿ ਜਿਹੜਾ ਪੂਰੀਆਂ ਬਰੀਕੀਆਂ ਮੋੜ ਚੁਰਸਤੇ ਸਾਰੇ ਦੱਸ ਸਕੇ ਇਸ ਕਵਿਤਾ ਦੇ, ਇਸ ਗਜ਼ਲ ਦੇ, ਲੋੜ ਪਈ? ਜੀ ਸਰ, ਬਿਲਕੁਲ। ਕਿਉਂਕਿ ਇਹ ਜਿਹੜੀ ਗਜ਼ਲ ਆ ਔਰ ਕਵਿਤਾ, ਇਹ ਕਰੜਾ ਅਭਿਆਸ ਮੰਗਦੀ ਆ ਜੀ। ਜੇ ਇਹਦੇ ਵਿੱਚ ਸਿਰਫ ਸ਼ਾਬਾਸ਼ ਦੇ ਨਾਲ ਕੰਮ ਨਹੀਂ ਸਰਦਾ। ਤੇ ਮੈਂ 2002 ਵਿੱਚ ਮੇਰਾ ਵਿਆਹ ਹੋ ਜਾਂਦਾ ਵਾ। ਉਸ ਤੋਂ ਬਾਅਦ ਮੈਂ ਪਰਿਵਾਰਕ ਜੋ ਕਬੀਲਦਾਰੀ ਉਹਦੇ ਵਿੱਚ ਰੁੱਝ ਜਾਂਦੀ ਆ ਜੀ। ਬੱਚੇ ਹੁੰਦੇ ਆ ਤੇ ਉਸ ਤੋਂ ਬਾਅਦ ਅਸੀਂ 2014 ਵਿੱਚ ਸ਼ਹਿਰ ਸ਼ਿਫਟ ਕਰਦੇ ਆ, ਤਰਨਤਾਰਨ ਸਾਹਿਬ, ਤੇ ਉੱਥੇ ਮੈਂ ਰਘਬੀਰ ਸਿੰਘ ਤੀਰ ਜੀ ਦੇ ਸੰਪਰਕ ਚ ਆਉਣੀ ਆ, ਜੋ ਕਿ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸਨ ਜੀ। ਉਸ ਤੋਂ ਬਾਅਦ ਨਿਰੰਤਰ ਫਿਰ ਜੋ ਆ ਮੇਰੀਆਂ, ਉਹਨਾਂ ਨੇ ਅਨਿਆਲੇ ਤੀਰ ਜਿਹੜੀ ਹੈ ਕਿਤਾਬ ਉਹ ਛਾਪੀ, ਉਹਦੇ ਵਿੱਚ ਮੇਰੀਆਂ ਰਚਨਾਵਾਂ ਆਈਆਂ ਤੇ ਉਹਨਾਂ ਨੇ ਮੈਨੂੰ ਕਵਿਤਾ ਦੀ ਗਾਈਡੈਂਸ ਦਿੱਤੀ। ਪਰ ਜੇ ਮੈਂ ਗਜ਼ਲ ਦੀ ਗੱਲ ਕਰਾਂ ਤਾਂ ਨਰਿੰਦਰਪਾਲ ਕੰਗ ਹੋਣਾ ਦਾ ਮੇਰੇ ਜੀਵਨ ਵਿੱਚ ਬਹੁਤ ਯੋਗਦਾਨ ਆ, ਜੋ ਭਰਾ ਦੀ ਤਰ੍ਹਾਂ ਇੱਕ ਚੰਗਾ ਪੱਕਾ ਰਿਸ਼ਤਾ ਬਣ ਗਿਆ ਕਿ ਉਹਨਾਂ ਕੋਲੋਂ ਮੈਂ ਜਿਹੜੀ ਆ ਗਜ਼ਲ ਸਿੱਖੀ। ਬਾਕੀ ਸੋਸ਼ਲ ਮੀਡੀਆ ਤੇ ਵੇਖਦੇ ਆ ਅਮਰ ਸੂਫੀ ਜੀ, ਸੁਲੱਖਣ ਸਰਹੱਦੀ ਜੀ, ਤੇ ਇਸ ਤੋਂ ਇਲਾਵਾ ਹਰਜਿੰਦਰ ਬਾਲ ਜੀ, ਅਰੂਜ਼ ਕੀ ਹੈਰਾਈ, ਜਿਹੜੇ ਸਿਖਾਂਦਰੂ ਸਾਡੇ ਵਰਗੇ ਉਹਨਾਂ ਨੂੰ ਜਾਣਕਾਰੀ ਦੇ ਰਹੇ ਆ। ਤੇ ਇੱਥੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਗਜ਼ਲ ਦੇ ਵਿੱਚ ਇਸਲਾਹ ਲਈ ਤੇ ਅਭਿਆਸ ਲਈ, ਕਿਉਂਕਿ ਉਹਦੇ ਵਿੱਚ ਬਹਿਰਾਂ ਹੁੰਦੀਆਂ ਜੀ, ਤੇ ਇੱਕ ਵੀ ਤੋਲ ਤਕਾਂ ਤੇ ਇਧਰੋਂ ਉਧਰ ਹੋ ਗਿਆ ਤੇ ਗਜ਼ਲ ਜਿਹੜੀ ਆ ਉਹ ਠੀਕ ਨਹੀਂ ਬਣਦੀ। ਉਹਦੇ ਵਿੱਚ ਲਗਭਗ ਉਸਤਾਦ ਦਾ ਹੋਣਾ ਜ਼ਰੂਰੀ ਆ। ਜਦ ਕਿ ਜੇ ਕਵਿਤਾ ਕਹੀਏ ਤੇ ਕਵਿਤਾ ਆਦਮੀ ਦੀ ਆਤਮਾ ਦੀ ਆਵਾਜ਼ ਹੁੰਦੀ ਹੈ, ਉਹ ਪਹਿਲਾਂ ਹੀ ਆਪਣੇ ਆਪ ਇੱਕ ਰਿਦਮ ਵਿੱਚ ਹੁੰਦੀ ਹੈ। ਬਿਲਕੁਲ ਜੀ। ਕਵਿਤਾ ਜਿਹੜੀ ਹੁੰਦੀ ਹੈ ਉਹ ਤੁਹਾਡੇ ਆਪਣੇ ਜਜ਼ਬਿਆਂ ਦਾ ਵਹਿਣ ਆ,
ਜਿਵੇਂ ਨਦੀਆਂ ਦਾ ਵਹਿਣ ਹੁੰਦਾ, ਕਦੀ ਇੱਧਰ ਨੂੰ ਕਦੀ ਉੱਧਰ ਨੂੰ, ਉਸੇ ਤਰ੍ਹਾਂ ਵਗਦੀਆਂ ਰਹਿੰਦੀਆਂ ਨੇ। ਔਰ ਜਿਹੜੀ ਗਜ਼ਲ ਆ ਉਸ ਨੂੰ ਬਕਾਇਦਾ ਜਿਵੇਂ ਇੱਕ ਕਾਰੀਗਰ ਗੁਣੀਆਂ ਦੇ ਵਿੱਚ ਕਰਕੇ ਸਾਰਾ ਮਕਾਨ ਛੱਤਦਾ ਹੈ, ਉਸੇ ਤਰ੍ਹਾਂ ਗਜ਼ਲ ਦੇ ਜਿਹੜੇ ਸ਼ੇਅਰ ਆ, ਉਹਦੀ ਬਹਿਰ ਆ, ਬੰਦਿਸ਼ ਆ, ਉਹ ਪੂਰੀ ਨਿਭਾਉਣੀ ਪੈਂਦੀ ਆ। ਤੇ ਜੇਕਰ ਹੁਣ ਅਸੀਂ ਗੱਲ ਕਰੀਏ, ਇਹ ਕਾਵ ਸਿਰਜਣਾ ਜਿਹੜੀ ਆ ਇੱਕ ਕਵੀ ਦੇ ਮਨ ਦੇ ਵਿੱਚ ਕਿਵੇਂ ਉਤਪੰਨ ਹੁੰਦੀ ਆ, ਕਿਵੇਂ ਇਹ ਝਰਨਾ ਫੁੱਟਦਾ ਹੈ, ਕਿਵੇਂ ਫੁਰਨਾ ਉੱਠਦਾ ਹੈ? ਮੈਂ ਪਹਿਲਾਂ ਵੀ ਜਿਵੇਂ ਕਿ ਸਰ ਗੱਲ ਕਰ ਚੁੱਕੀ ਹਾਂ, ਜਿਹੜੀ ਕਵਿਤਾ ਵਾ, ਜਦੋਂ ਤੁਸੀਂ ਸਮਾਜ ਤੋਂ ਕੋਈ ਪ੍ਰਭਾਵ ਕਬੂਲਦੇ ਜੇ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਨਿੱਜੀ ਇਹੋ ਜਿਹਾ ਹਾਦਸਾ ਵਾਪਰਦਾ, ਤੇ ਉਹ ਤੁਹਾਨੂੰ ਇਹਨਾਂ ਚੀਜ਼ਾਂ ਵੱਲ ਜਿਹੜਾ ਵਾ ਉਹ ਖਿੱਚਦਾ, ਰੁਚਿਤ ਕਰਦਾ ਕਿ ਤੁਸੀਂ ਉਹਦੇ ਬਾਰੇ ਲਿਖੋ। ਜੇ ਹੁਣ ਮੈਂ ਐਜ ਏ ਹੋਲ ਨਾ ਗੱਲ ਕਰਾਂ, ਸਿਰਫ ਆਪਣੀ ਗੱਲ ਕਰਾਂ, ਤਾਂ ਮੈਨੂੰ ਜਦੋਂ ਵੀ ਸਮਾਜਿਕ ਨਾ ਬਰਾਬਰੀ ਜਾਂ ਸਮਾਜ ਤੋਂ ਕੋਈ ਉਪਰਾਮਤਾ ਹੁੰਦੀ ਆ, ਜਾਂ ਮੈਂ ਟੁੱਟਦੇ ਰਿਸ਼ਤਿਆਂ ਨੂੰ ਵੇਹਨੀ ਆ, ਅਸਤ ਵਿਅਸਤ ਤਾਣਾ ਬਾਣਾ ਵੇਹਨੀ ਆ, ਤੇ ਮੇਰੇ ਕੋਲ ਆਪਣੇ ਆਪ ਹੀ ਕਵਿਤਾ ਜਿਹੜੀ ਆ ਉਹ ਰਚੀ ਜਾਂਦੀ ਆ। ਤੇ ਇਸ ਵੇਲੇ ਸਾਨੂੰ ਕਿਹੜੀ ਕੋਈ ਕਵਿਤਾ ਸੁਣਾਓਗੇ? ਹਾਂਜੀ, ਮੈਂ ਅੱਜ ਔਰਤ ਦੇ ਵਿਸ਼ੇ ਤੇ ਪਹਿਲਾਂ ਕਵਿਤਾ ਤੁਹਾਨੂੰ ਸੁਣਾਉਣਾ ਚਾਹਾਂਗੀ ਕਿ ਇੱਕ ਸੰਦੇਸ਼ ਆ। ਜੀ ਜ਼ਰੂਰ। ਮੈਨੂੰ ਪਰੰਪਰਾ ਦੀ ਤੁਸੀਂ ਜੰਜੀਰ ਨਾ ਪਾਓ, ਮੈਨੂੰ ਪਰੰਪਰਾ ਦੀ ਤੁਸੀਂ ਜੰਜੀਰ ਨਾ ਪਾਓ, ਅੱਜ ਦੀ ਔਰਤ ਸਭ ਪਤਾ ਪਾਠ ਨਾ ਪੜਾਓ। ਵਾਹ, ਬਹੁਤ ਖੂਬ। ਸੀਤਾ ਜੀ ਨੇ ਅਗਨੀ ਪ੍ਰੀਖਿਆ ਦਿੱਤੀ, ਪਤਾ ਮੈਨੂੰ, ਚੱਲਣ ਦੇਵੋ ਅੰਗਿਆਰਾਂ ਤੇ ਤੁਸੀਂ ਪਾਣੀ ਨਾ ਪਾਓ। ਮੀਰਾ ਬਨ ਪ੍ਰੇਮ ਕੀਤਾ, ਜ਼ਹਿਰ ਪਿਆਲਾ ਪੀਤਾ, ਥਲਾਂ 'ਚ ਸੜਨਾ ਜਾਣਾ, ਮੇਰੇ ਜ਼ਖਮ ਨਾ ਸਹਿਲਾਓ। ਬਹੁਤ ਖੂਬ। ਮਾਈ ਭਾਗੋ ਸ਼ੇਰਨੀ ਮੈਨੂੰ ਲੜਨਾ ਸਿਖਾਇਆ, ਨਾ ਬਣੋ ਰੱਖਿਅਕ ਮੇਰੇ ਬੁਜ਼ਦਿਲ ਨਾ ਬਣਾਓ। ਬਹੁਤ ਖੂਬ, ਬਹੁਤ ਅੱਛਾ। ਮਾਤਾ ਗੁਜਰੀ ਜਹੀ ਮਿਸਾਲ ਨਹੀਂ ਲੱਭਣੀ, ਮੇਰੇ ਫੌਲਾਦੀ ਇਰਾਦੇ ਜਿੰਨਾ ਮਰਜੀ ਅਜ਼ਮਾਓ। ਵੇਖਾਂ ਮੈਂ ਦੁਸ਼ਾਸਨ ਦੀਆਂ ਬਾਹਾਂ ਦਾ ਦਮ ਜਰਾ। ਜੀ ਜੋਗੀ ਜੀ, ਇੱਥੇ ਗੌਰ ਕਰਨਾ। ਜੀ ਜ਼ਰੂਰ। ਵੇਖਾਂ ਮੈਂ ਦੁਸ਼ਾਸਨ ਦੀਆਂ ਬਾਹਾਂ ਦਾ ਦਮ ਜਰਾ, ਪਾਕ ਤਨ ਨਗਨ ਨਾ ਹੁੰਦੇ, ਮੂੰਹ ਨਾ ਲੁਕਾਓ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਖੂਬ। ਜੋ ਅੱਜ ਕੱਲ ਕੁੜੀਆਂ ਦੀ ਹੱਤਿਆ ਹੋ ਰਹੀ ਆ, ਭਰੂਣ ਹੱਤਿਆ ਹੋ ਰਹੀ ਆ, ਉਹਦੇ 'ਚ ਵੀ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝ ਕੇ ਆਪਣੀ ਧੀ ਦੀ ਰੱਖਿਆ ਕਰਨ ਲਈ ਜੀ ਕੁੱਖ 'ਚ ਵੀ ਸਾਂਭੂ ਧੀ ਸਿੱਪ ਦੇ ਮੋਤੀ ਵਾਂਗਰਾ। ਬਹੁਤ ਅੱਛਾ। ਕੁੱਖ 'ਚ ਵੀ ਸਾਂਭੂ ਧੀ ਸਿੱਪ ਦੇ ਮੋਤੀ ਵਾਂਗਰਾ, ਢਾਲ ਬਣ ਖੜੀ ਭਾਵੇਂ ਤੁਸੀਂ ਖੰਜਰ ਚਲਾਓ। ਇੱਕ ਸੁਨੇਹਾ ਹੈ ਕਿ ਤਨ ਤੋਂ ਅੱਗੇ ਮਨ 'ਚ ਝਾਕਣ ਦੀ ਕੋਸ਼ਿਸ਼ ਕਰੋ। ਵਾਹ। ਤਨ ਤੋਂ ਅੱਗੇ ਮਨ 'ਚ ਝਾਕਣ ਦੀ ਕੋਸ਼ਿਸ਼ ਕਰੋ, ਔਰਤ ਵਸਤੂ ਏ, ਸੌੜੀ ਸੋਚ ਤੋਂ ਮੁਕਤ ਹੋ ਜਾਓ। ਬਹੁਤ ਅੱਛਾ, ਬਹੁਤ ਖੂਬ ਜੀ, ਬਹੁਤ ਅੱਛਾ। ਔਰ ਇਹ ਜਿਹੜੀਆਂ ਤੁਹਾਡੀਆਂ ਜਿਹੜੀਆਂ ਕਵਿਤਾਵਾਂ ਨੇ, ਔਰ ਇਹ ਆਮ ਤੌਰ ਤੇ ਕਿਸੇ ਵੀ ਕਵੀ ਦੀਆਂ, ਇਹ ਸਮਾਜ ਦਾ ਇੱਕ ਬਹੁਤ ਵੱਡਾ ਦਰਪਣ ਹੁੰਦੀਆਂ ਨੇ। ਔਰ ਇਹ ਜੇਕਰ ਹੁਣ ਅਸੀਂ ਅੱਜ ਗੱਲ ਕਰਦੇ ਹਾਂ ਕਿ ਸਮਾਜ ਸਾਡਾ, ਸਮਾਜ ਸਾਨੂੰ ਜਿਹੜਾ ਕਵਿਤਾ ਨੂੰ ਬਹੁਤ ਕੁਝ ਦਿੰਦਾ ਹੈ। ਕਹਿੰਦੇ ਨੇ ਕਿ ਕਵੀ ਸਮਾਜ ਦੇ ਵਿੱਚੋਂ ਹੀ ਤੁਰਦੇ ਫਿਰਦੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਘਟਨਾਵਾਂ ਮੈਨੂੰ ਬਹੁਤ ਸਾਰੀਆਂ ਕਰਦੀਆਂ। ਤੇ ਇਹ ਜਿਹੜੇ ਵਿਸ਼ੇ ਨੇ ਤੁਹਾਡੇ, ਤੁਹਾਡੀਆਂ ਕਵਿਤਾ ਦੇ ਤੁਹਾਨੂੰ ਕਿੱਥੋਂ ਲੱਭਦੇ ਨੇ, ਕਿੱਥੋਂ ਫਰੋਲਦੇ ਹੋ ਦੁਨੀਆ ਨੂੰ, ਜ਼ਿੰਦਗੀ ਨੂੰ, ਤੇ ਫਿਰ ਕਵਿਤਾਵਾਂ ਉਗਦੀਆਂ ਨੇ? ਮੈਂ ਜਿਵੇਂ ਕਿ ਇੱਕ ਅਧਿਆਪਕਾ ਹਾਂ, ਤੇ ਮੇਰਾ ਜਿਹੜਾ ਸਬੰਧ ਆ ਉਹ ਗਰਾਊਂਡ ਲੈਵਲ ਤੇ ਹਰੇਕ ਵਰਗ ਦੇ ਲੋਕਾਂ ਨਾਲ ਜੀ। ਜਦੋਂ ਮੈਂ ਉਹਨਾਂ ਦੇ ਘਰਾਂ 'ਚ ਜਾਂਦੀ, ਉਹਨਾਂ ਬੱਚਿਆਂ ਦੇ, ਆਪਣਿਆਂ ਦੇ, ਤੇ ਉਹਨਾਂ ਦੀਆਂ ਤੰਗੀਆਂ ਤੁਰਸ਼ੀਆਂ ਦੇਖਦੀ ਹਾਂ। ਕਿਸੇ ਦੇ ਪੈਰੀ ਚੱਪਲ ਨਹੀਂ ਹੈਗੀ, ਜਾਂ ਕੋਈ ਕਿਸੇ ਬਿਮਾਰੀ ਨਾਲ ਲੜ ਰਿਹਾ ਵਾ, ਅਗਿਆਨਤਾ ਦਾ ਜਿਹੜਾ ਵਾ ਉਹਦੇ ਕਾਰਨ ਉਹਨੂੰ ਮਤਲਬ ਕਿ ਉਹ ਡਾਕਟਰ ਤੱਕ ਪਹੁੰਚ ਨਹੀਂ ਕਰ ਪਾ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਮੈਨੂੰ ਇੰਨੀਆਂ ਕੋ ਉਪਰਾਮ ਕਰ ਦਿੰਦੀਆਂ ਕਿ ਉਸ ਤੋਂ ਬਾਅਦ ਮੇਰੇ ਕੋਲੋਂ ਕਵਿਤਾ ਜਿਹੜੀ ਆ ਉਹ ਰਚੀ ਜਾਂਦੀ ਆ। ਔਰ ਜੇਕਰ ਅਸੀਂ ਗੱਲ ਕਰੀਏ ਕਿ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮਹਿਲਾ ਲੇਖਕਾਵਾਂ ਨੇ ਜਿਹੜੀਆਂ ਕਿ ਵੱਖੋ ਵੱਖਰੀਆਂ ਵੰਨਗੀਆਂ ਦੇ ਵਿੱਚ ਕੰਮ ਕਰਦੀਆਂ ਨੇ, ਔਰ ਜੇਕਰ ਮੈਂ ਗੱਲ ਪੁੱਛਾਂ ਕਿ ਕਵਿਤਰੀਆਂ ਜਿਹੜੀਆਂ ਉਹ ਤੁਹਾਡੀਆਂ ਇਸ ਵੇਲੇ ਅਜੋਕੇ ਸਮੇਂ ਦੇ ਵਿੱਚ ਕਿਹੜੀਆਂ ਪਸੰਦੀਦਾ ਨੇ, ਕਿਹਨਾਂ ਨੂੰ ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਔਰ ਉਹਨਾਂ ਨੂੰ ਇਹ ਕੀ ਕਹਿੰਦੇ ਮਹਿਸੂਸ ਕਰਦੇ ਹੋ ਕਿ ਇਹਨਾਂ ਦਾ ਅੰਗ ਸੰਗ ਮੇਰੇ ਆਲੇ ਦੁਆਲੇ ਸਾਇਆ ਘੁੰਮਦਾ ਹੈ? ਬਿਲਕੁਲ ਜੀ, ਹੁਣ ਮੌਜੂਦਾ ਸਮੇਂ ਵਿੱਚ ਜਿਹੜੀਆਂ ਔਰਤ ਲੇਖਕਾਂ ਵਾ ਉਹਨਾਂ ਦਾ ਬਹੁਤ ਜ਼ਿਆਦਾ ਪੰਜਾਬੀ ਸਾਹਿਤ ਦੇ ਵਿੱਚ ਯੋਗਦਾਨ ਆ। ਜੇ ਮੈਂ ਪਹਿਲਾਂ ਦੀ ਗੱਲ ਕਰਾਂ ਤੇ ਅਮ੍ਰਿਤਾ ਪ੍ਰੀਤਮ ਜੀ ਤੋਂ ਮੈਂ ਬਹੁਤ ਮੁਤਾਸਰ ਹਾਂ ਜੀ, ਕਿਉਂਕਿ ਉਹਨਾਂ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਮੀਰੋ ਪ੍ਰੇਮਨ ਸੀ, ਪੀਰੋ ਪ੍ਰੇਮਨ, ਉਹਨਾਂ ਨੇ ਰਹੱਸਵਾਦੀ ਕਵਿਤਾ ਲਿਖੀਆਂ ਜੀ। ਪਰ ਜਿਸ ਵੇਲੇ ਅਮਰਤਾ ਜੀ ਨੇ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਕੈਨਵਸ ਇੰਨਾ ਵਿਸ਼ਾਲ ਸੀ ਜੀ। ਫਿਰਕੂ ਫਸਾਦਾਂ ਬਾਰੇ ਉਹਨਾਂ ਨੇ ਕਿਹਾ, ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਉਸ ਤੋਂ ਬਾਅਦ ਅੰਨਦਾਤਾ ਕਵਿਤਾ ਰਾਹੀਂ ਜਗੀਰਦਾਰੀ ਪ੍ਰਥਾ ਦੀਆਂ ਧੱਜੀਆਂ ਉਡਾਈਆਂ। ਬਿਲਕੁਲ। ਤੇ ਉਹਨਾਂ ਤੋਂ ਮੈਂ ਮੁਤਾਸਰ ਹੋਈ ਉਹਨਾਂ ਦਾ। ਉਸ ਤੋਂ ਬਾਅਦ ਜਿਹੜਾ ਵਾ ਲਗਾਤਾਰ ਅਰਤਿੰਦਰ ਸੰਧੂ ਜੀ ਸਮਕਾਲੀ ਸਮੇਂ ਦੀ ਗੱਲ ਕਰਾਂ, ਬਹੁਤ ਵਧੀਆ ਲਿਖਦੇ ਆ ਤੇ ਹਰ ਵਿਸ਼ੇ ਨੂੰ ਲੈਂਦੇ ਆ।
ਆਪਣੇ ਪ੍ਰਵਾਸੀ ਕਵਿੱਤਰੀ ਆ ਬਲਜੀਤ ਮਲਹਾਂਸ ਜੀ, ਜਿਹੜੇ ਨਜ਼ਮਾਂ ਲਿਖਦੇ ਆ, ਤੇ ਉਹ ਜਿਹੜੀਆਂ ਪੱਛਮੀ ਸੱਭਿਅਤਾ ਦੇ ਵਿੱਚ ਰਹਿ ਰਹੀਆਂ ਔਰਤਾਂ ਵਾ, ਉਹਨਾਂ ਦੇ ਵਿਸ਼ੇ ਬੜੇ ਗਲੋਬਲੀ ਆ ਜੀ, ਤੇ ਉਹਨਾਂ ਨੂੰ ਪੜ੍ਹਨ ਦਾ ਹੋਰ ਵੀ ਆਨੰਦ ਆਉਂਦਾ ਵਾ, ਤੇ ਉਹਨਾਂ ਤੋਂ ਸਿੱਖਣ ਦਾ ਜਿਹੜਾ ਵਾ ਉਹ ਵੀ ਵੱਲ ਆਉਂਦਾ। ਬਿਲਕੁਲ ਜੀ, ਕਿਉਂਕਿ ਜਦੋਂ ਬੰਦਾ ਬਹੁਤ ਸਾਰੇ ਲੇਖਕਾਂ ਨੂੰ ਪੜ੍ਹਦਾ ਹੈ, ਔਰ ਪੜ੍ਹਨਾ ਕਹਿੰਦੇ ਕਿ ਇਸ ਖੇਤਰ ਦੇ ਵਿੱਚ ਜਿਹੜਾ ਬੰਦਾ ਵਿਚਰਦਾ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜਿਵੇਂ ਅਸੀਂ ਜਿੰਨਾ ਜ਼ਿਆਦਾ ਪੜ੍ਹਾਂਗੇ ਉਨਾ ਹੀ ਜ਼ਿਆਦਾ ਬਿਹਤਰ ਸਾਨੂੰ ਹੌਲੀ ਹੌਲੀ ਲਿਖਣਾ ਜਿਹੜਾ ਉਹ ਆਉਂਦਾ ਜਾਵੇਗਾ। ਆਮ ਤੌਰ 'ਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇੱਕ ਲੇਖਕ ਆ, ਕੋਈ ਵੀ ਆ, ਉਹ ਆਪਣੇ ਨਿੱਜ ਦੀ ਗੱਲ ਜ਼ਿਆਦਾ ਕਰਦਾ ਹੈ, ਦੂਸਰਿਆਂ ਦੀ ਗੱਲ ਘੱਟ ਕਰਦਾ ਹੈ। ਔਰਤਾਂ ਵੀ ਬਹੁਤ ਕੁਝ ਹੰਡਾਉਂਦੀਆਂ ਨੇ, ਬਹੁਤ ਕੁਝ ਉਹਨਾਂ ਦੇ ਆਪਣੇ ਵੀ ਇਹ ਨਿੱਜ ਦੀ ਗੱਲ ਹੋ ਜਾਂਦੀ ਹੈ। ਕਿ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਔਰਤਾਂ ਜ਼ਿਆਦਾ ਨਿੱਜ ਦੇ ਆਲੇ ਦੁਆਲੇ ਘੁੰਮਦੀਆਂ ਨੇ, ਉਹ ਕੁਝ ਹੀ ਲਿਖਦੀਆਂ ਨੇ ਜੋ ਕੁਝ ਹੰਡਾਉਂਦੀਆਂ ਨੇ? ਇਹ ਔਰਤ ਜਾਂ ਮਰਦ ਦਾ ਮੇਰੇ ਖਿਆਲ 'ਚ ਵਖਰੇਵਾ ਨਹੀਂ ਹੈਗਾ। ਜਿਵੇਂ ਆਪਾਂ ਸ਼ਿਵ ਜੀ ਨੂੰ ਲਈਏ, ਸ਼ਿਵ ਕੁਮਾਰ ਬਟਾਲਵੀ ਜੀ ਨੂੰ, ਉਹਨਾਂ ਦੀਆਂ ਰਚਨਾਵਾਂ ਨਿੱਜ ਨਾਲ ਸੰਬੰਧਿਤ ਹੋ ਕੇ ਵੀ ਸਾਡੇ ਮਨਾਂ ਵਿੱਚ ਵਸੀਆਂ ਹੋਈਆਂ, ਸਾਨੂੰ ਵਿੱਚੋਂ ਆਪਣੀਆਂ ਲੱਗਦੀਆਂ। ਇਸੇ ਤਰ੍ਹਾਂ ਸਭ ਤੋਂ ਪਹਿਲਾ ਜਿਹੜਾ ਕਵੀ ਦੇ ਵਿੱਚ ਹੁੰਦਾ ਸੰਵੇਦਨਾ, ਉਹ ਬਹੁਤ ਸੰਵੇਦਨਸ਼ੀਲ ਹੁੰਦਾ ਵਾ, ਚਾਹੇ ਉਹ ਔਰਤ ਹੋਵੇ ਜਾਂ ਉਹ ਮਰਦ ਹੋਵੇ। ਹੁਣ ਮੈਂ ਇੱਥੇ ਆਪਣਾ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਮੈਂ ਸੋਸ਼ਲ ਵਿਸ਼ੇ ਲੈ ਰਹੀ ਸੀ। ਮੇਰੇ ਜੀਵਨ ਵਿੱਚ ਇੱਕ ਘਟਨਾ ਵਾਪਰੀ ਜਿੰਨੇ ਮੈਨੂੰ ਉਸ ਨਿੱਜ ਦਾ ਦਰਦ ਜਿਹੜਾ ਸੀ ਮੈਨੂੰ ਥੋੜੇ ਸਮੇਂ ਲਈ ਵੱਡਾ ਲੱਗਣ ਲੱਗਾ, ਤੇ ਉਸ ਨੂੰ ਮੁਤਾਸਰ ਹੋ ਕੇ ਮੈਂ ਨਿੱਜੀ ਕਵਿਤਾਵਾਂ ਉਹਨਾਂ ਦੇ ਵਿਛੋੜੇ ਵਿੱਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਤੇ ਮੇਰੇ ਖਿਆਲ 'ਚ ਜਦੋਂ ਬੰਦੇ ਦੀ ਸਿਚੁਏਸ਼ਨ ਬਦਲਦੀ ਆ, ਸਥਿਤੀ ਬਦਲਦੀ ਆ, ਉਸ ਦੇ ਅਨੁਸਾਰ ਹੀ ਉਹ ਆਪਣੇ ਤਜਰਬੇ ਜਿਹੜੇ ਆ ਸਾਂਝੇ ਕਰਦਾ, ਤੇ ਇਸ ਵਿੱਚ ਕੋਈ ਵੀ ਗਲਤ ਗੱਲ ਨਹੀਂ ਆ। ਜੀ ਹੁਣ ਮੈਂ ਇੱਥੇ ਤੁਹਾਨੂੰ ਆਪਣੀ ਕਵਿਤਾ ਤੇਰੇ ਜਾਣ ਤੋਂ ਬਾਅਦ ਸੁਣਾਉਣਾ ਚਾਹਾਂਗੀ। ਜ਼ਰੂਰ। ਤੇਰੇ ਨਾਲ ਮੇਰੀਆਂ ਵੰਗਾਂ ਦੀ ਖਣਖਣ ਤੇ ਬੁੱਲੀਆਂ ਦਾ ਹਾਸਾ ਹੀ ਨਹੀਂ ਗਿਆ। ਤੇਰੇ ਨਾਲ ਮੇਰੀਆਂ ਵੰਗਾਂ ਦੀ ਖਣਖਣ ਤੇ ਬੁੱਲੀਆਂ ਦਾ ਹਾਸਾ ਹੀ ਨਹੀਂ ਗਿਆ। ਚਲਾ ਗਿਆ ਹੈ ਸਭ ਕੁਝ ਜੋ ਜੀਣ ਲਈ ਸੀ ਬਹੁਤ ਜ਼ਰੂਰੀ। ਮੁੱਕ ਗਈ ਏ ਮਾਂ ਦੀ ਉਡੀਕ ਤੇ ਗੁੰਮ ਗਈ ਭੈਣ ਦੀ ਰੱਖੜੀ। ਹਾਂ ਸੱਚ, ਹੁਣ ਆਪਣੇ ਬਾਲ ਬਹੁਤ ਸਿਆਣੇ ਹੋ ਗਏ, ਜਿੱਦ ਨਹੀਂ ਕਰਦੇ ਝੱਟ ਸਮਝੌਤਾ ਕਰ ਲੈਂਦੇ। ਵਾਹ। ਹੁਣ ਸੂਰਜ ਦੀ ਪਹਿਲੀ ਕਿਰਨ ਨਾਲ ਸਾਡੇ ਸੁਪਨੇ ਉਡਾਰੀਆਂ ਨਹੀਂ ਭਰਦੇ। ਅਸੀਂ ਸਾਰੇ ਤੁਰ ਪੈਂਦੇ ਹਾਂ ਆਪਣਿਆਂ ਮੋਢਿਆਂ ਤੇ ਆਪਣੀਆਂ ਲਾਸ਼ਾਂ ਚੁੱਕੀ, ਕਿਉਂਕਿ ਅਸੀਂ ਜਾਣ ਚੁੱਕੇ ਹਾਂ ਮਰਿਆ ਨਾਲ ਮਰਿਆ ਨਹੀਂ ਜਾਂਦਾ। ਬਹੁਤ ਖੂਬ, ਬਹੁਤ ਖੂਬ। ਭਾਵੇਂ ਉਹ ਤੁਹਾਡੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਕਵਿਤਾ ਸੀ, ਪਰ ਇੰਜ ਲੱਗਦਾ ਹੈ ਕਿ ਇਹ ਸੱਚਮੁੱਚ ਇੱਕ ਬਹੁਤ ਵੱਡਾ ਸੱਚ ਆ ਕਿ ਅਸੀਂ ਚਲੇ ਗਿਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਉੱਥੇ ਨਹੀਂ ਲੈ ਜਾਂਦੇ, ਮਰਿਆਂ ਦੇ ਨਾਲ ਮਰ ਨਹੀਂ ਹੁੰਦਾ। ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਪੈਂਦਾ ਹੈ। ਜ਼ਿੰਦਗੀ ਬਹੁਤ ਵਿਸ਼ਾਲ ਹੈ। ਕਿਸੇ ਇੱਕ ਸਟੇਸ਼ਨ ਤੇ ਆਣ ਕੇ ਗੱਡੀ ਖੜ ਨਹੀਂ ਜਾਂਦੀ, ਰਾਹੀ ਮੁਸਾਫਰ ਉਤਰਦੇ ਜਾਂਦੇ ਨੇ, ਚੱਲਦੀ ਰਹਿੰਦੀ ਹੈ ਜ਼ਿੰਦਗੀ। ਤੇ ਜੇਕਰ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ, ਤੁਸੀਂ ਕਹਿੰਦੇ ਸਾਡੇ ਪਰਿਵਾਰ ਦੇ 30 ਜੀ ਹੁੰਦੇ ਸੀ, ਪਰ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ, ਅੱਜ ਹੈਗਾ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਸੋਸ਼ਲ ਮੀਡੀਆ ਜਿਹੜਾ ਇਹ ਸਾਡੀ ਕਲਾ ਦੇ ਲਈ, ਪ੍ਰਤਿਭਾ ਦੇ ਲਈ ਕਿੰਨਾ ਕੁ ਜ਼ਿਆਦਾ ਰੋਲ ਅਦਾ ਕਰ ਰਿਹਾ? ਕੀ ਇਹ ਪਲੇਟਫਾਰਮ ਜਿਹੜਾ ਢੁਕਵਾਂ ਹੈ ਔਰਤਾਂ ਦੇ ਲਈ? ਬਿਲਕੁਲ ਜੀ, ਇੱਥੇ ਫਿਰ ਮੈਂ ਗੱਲ ਕਰਾਂਗੀ ਕਿ ਔਰਤ ਤੇ ਮਰਦ ਦਾ ਸਵਾਲ ਨਹੀਂ, ਇਹ ਸਾਰਿਆਂ ਲਈ ਬਹੁਤ ਢੁਕਵਾਂ ਹੈ। ਤੇ ਉਹਦੀ ਐਗਜ਼ਾਮਪਲ ਤੁਸੀਂ ਵੇਖ ਸਕਦੇ ਹੋ ਕਿ ਤਰਨਤਾਰਨ ਸ਼ਹਿਰ ਤੋਂ ਮੈਂ ਜਲੰਧਰ ਦੇ ਵਿੱਚ ਤੁਹਾਡੇ ਸਾਹਮਣੇ ਬੈਠੀ ਹਾਂ, ਤੇ ਇਹ ਸਿਰਫ ਸੋਸ਼ਲ ਮੀਡੀਆ ਦੀ ਦੇਣ ਆ ਜੀ। ਔਰ ਕਿਉਂਕਿ ਤੁਹਾਡੀਆਂ ਕਵਿਤਾਵਾਂ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪੜ੍ਹੀਆਂ ਜਾ ਰਹੀਆਂ ਨੇ, ਲੋਕ ਸੁਣ ਰਹੇ ਨੇ, ਸਲਾਹ ਰਹੇ ਨੇ, ਔਰ ਇਸੇ ਕਰਕੇ ਹੀ ਸੱਦਾ ਤੁਹਾਨੂੰ ਗਿਆ ਦੂਰਦਰਸ਼ਨ ਵੱਲੋਂ ਕਿ ਤੁਸੀਂ ਆਓ, ਸਾਨੂੰ ਵੀ ਆਪਣੀਆਂ ਕਵਿਤਾਵਾਂ ਸੁਣਾਓ। ਔਰ ਤੁਹਾਡੀਆਂ ਕਵਿਤਾ ਤੋਂ ਬਾਅਦ ਫਿਰ ਗਜ਼ਲ ਦਾ ਵੀ ਸਫ਼ਰ ਸ਼ੁਰੂ ਹੁੰਦਾ ਹੈ। ਤੇ ਇਹ ਜਿਹੜੀ ਕਵਿਤਾ ਤੋਂ ਗਜ਼ਲ ਦਾ ਸਫ਼ਰ ਆ, ਇਹ ਤੁਹਾਡੇ ਮਨ ਦੇ ਵਿੱਚ ਫੁਰਨਾ ਕਿਵੇਂ ਫੁਰਿਆ ਕਿ ਹੁਣ ਇੱਧਰ ਨੂੰ ਜਿੱਥੇ ਬਹੁਤ ਜ਼ਿਆਦਾ ਬੰਦਿਸ਼ ਹੈ, ਬਹਿ ਰਿਹਾ, ਫੇਲਨ ਫੂਲਨ ਮਫਾਇਲਨ ਕਈ ਕੁਛ ਆ, ਤੇ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ? ਇਹ ਜੋਗੀ ਜੀ, ਇਹ ਜਦੋਂ ਮੈਂ ਕਵਿਤਾਵਾਂ ਲਿਖ ਰਹੀ ਸੀ ਤੇ ਮੇਰੀਆਂ ਕਵਿਤਾਵਾਂ ਦੇ ਵਿੱਚ ਕਵਿਤਾਵਾਂ ਪੜ੍ਹਨ ਤੋਂ ਬਾਅਦ ਜਿਹੜੇ ਉਸਤਾਦ ਸੀ ਜੀ, ਉਹ ਫੇਸਬੁੱਕ ਤੇ ਟਿੱਪਣੀ ਦਿੰਦੇ ਕਿ ਤੇਰੇ ਅੰਦਰ ਗਜ਼ਲ ਮਚਲ ਰਹੀ ਆ। ਤੇ ਉਸ ਚੀਜ਼ ਨੂੰ ਮੈਂ ਵੀ ਮਹਿਸੂਸ ਕੀਤਾ ਕਿ ਮੈਂ ਦੋ ਮਿਸਰਿਆਂ ਦੇ ਵਿੱਚ ਲਿਖਦੀ ਸੀ, ਹਾਲਾਂਕਿ ਮੈਨੂੰ ਬਹਿਰ ਦਾ ਬਿਲਕੁਲ ਵੀ ਨਹੀਂ ਸੀ ਪਤਾ। ਅੱਛਾ। ਤੇ ਕਈ ਵਾਰ ਇਤਫਾਕਨ ਉਹ ਗਜ਼ਲ ਬਣ ਜਾਂਦੀ ਸੀ, ਤੇ ਜਦੋਂ ਮੈਨੂੰ ਟਿੱਪਣੀਆਂ ਆਉਂਦੀਆਂ ਕਿ ਤੇਰੀ ਗਜ਼ਲ ਬਹੁਤ ਪਿਆਰੀ, ਮੈਂ ਸੋਚਦੀ ਇਹ ਗਜ਼ਲ ਜਾਂ ਕਵਿਤਾ ਇਹ ਹੈ ਕੀ ਆ। ਤੇ ਉਹਦਾ ਮੁਹਾਂਦਰਾ ਪਛਾਣਨ ਲਈ ਮੈਨੂੰ ਆਪਣੇ ਕਿਸੇ ਉਸਤਾਦ ਦੀ ਵੀ ਜ਼ਰੂਰਤ ਸੀ। ਫੇਸਬੁੱਕ ਤੇ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਰਹੇ ਹਾਂ, ਮੈਂ ਨਰਿੰਦਰਪਾਲ ਕਾਂਗ ਹੋਰਾਂ ਦੀਆਂ ਰਚਨਾਵਾਂ ਪੜ੍ਹਦੀ ਹਾਂ, ਰਮਨ ਸੰਧੂ ਜੀ ਨੂੰ ਪੜ੍ਹਦੀ ਹਾਂ, ਤੇ ਮੈਂ ਉੱਥੋਂ ਤਰਨਤਾਰਨ ਤੋਂ ਚੱਲ ਕੇ ਜਲੰਧਰ ਉਹਨਾਂ ਦੇ ਘਰ ਚਲੀ ਜਾਂਦੀ ਹਾਂ। ਅੱਛਾ। ਤੇ ਉੱਥੇ ਪਹੁੰਚ ਕੇ ਫਿਰ ਉਹਨਾਂ ਕੋਲੋਂ ਇੱਕ ਦਿਨ ਮੈਂ ਸਿੱਖਿਆ, ਪੂਰਾ ਦਿਨ ਲਗਾਇਆ। ਉਹਨਾਂ ਦੱਸਿਆ ਮੈਨੂੰ, ਬੜੇ ਹੁਣ ਸਾਡੇ ਪਰਿਵਾਰਕ ਸੰਬੰਧ ਨੇ,
ਤੇ ਉਸੇ ਚੀਜ਼ ਨੂੰ ਫਿਰ ਮੈਂ ਪਿੰਗਲ ਤੇ ਅਰੂਜ ਕੀ ਹੈ ਹਰਜਿੰਦਰ ਬਾਲ ਹੁਣਾਂ ਦਾ ਪੜਿਆ। ਜੀ ਜੀ ਜੀ। ਉਸ ਤੋਂ ਇਲਾਵਾ ਸਰਹੱਦੀ ਜੀ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਰੋਲ ਆ। ਅਮਰ ਸੂਫੀ ਜੀ ਨੂੰ ਮੈਂ ਪੜਿਆ, ਉਹਨਾਂ ਤੋਂ ਕੁਝ ਸਿੱਖਿਆ, ਸਰਬਜੀਤ ਸੰਧੂ ਜੀ ਤੋਂ ਸਿੱਖਿਆ। ਮਤਲਬ ਕਿ ਜੇ ਮੈਂ ਫੇਸ ਟੂ ਫੇਸ ਕਵਾਂ ਤੇ ਨਰਿੰਦਰਪਾਲ ਕੰਗ ਜੀ ਕੋਲ ਹੀ ਮੈਂ ਸਿੱਖਿਆ। ਪਰ ਪੜ੍ਹਦਿਆਂ ਇਹ ਜਿਹੜਾ ਵਾ ਉੱਤੇ ਅਭਿਆਸ ਕਰਦਿਆਂ ਥੋੜੀਆਂ ਬਹੁਤੀਆਂ ਗਜ਼ਲਾਂ ਕਹਿਣ ਜੋਗੇ ਹੋ ਗਏ। ਲਓ ਜੀ, ਤੇ ਗਜ਼ਲ ਦੇ ਕੁਝ ਚੰਦ ਸ਼ੇਅਰ ਹੋ ਜਾਣ ਹੁਣ ਇਸ ਵੇਲੇ। ਹਾਂਜੀ ਸਰ। ਜੀ ਸਰ, ਮੈਂ ਕੁਝ ਅਸ਼ਿਆਰ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ। ਜੀ। ਜਦੋਂ ਇਹ ਤੋੜਦੇ ਦਿਲ ਤਾਂ ਜਰਾ ਵੀ ਸ਼ੋਰ ਕਰਦੇ ਨਾ। ਵਾਹ। ਜਦੋਂ ਇਹ ਤੋੜਦੇ ਦਿਲ ਤਾਂ ਜਰਾ ਵੀ ਸ਼ੋਰ ਕਰਦੇ ਨਾ, ਤੇਰੇ ਇਸ ਸ਼ਹਿਰ ਦੇ ਲੋਕੀ ਸਲੀਕੇਦਾਰ ਨੇ ਕਿੰਨੇ। ਬਹੁਤ ਅੱਛਾ, ਬਹੁਤ ਅੱਛਾ। ਤੇ ਜੋ ਮੌਜੂਦਾ ਹਾਲਾਤ ਆ, ਮਾਪਿਆਂ ਬਿਰਧ ਘਰਾਂ ਦੇ ਆਪਾਂ ਗਿਣਤੀ ਵੇਖ ਰਹੇ ਹਾਂ ਕਿ ਕਿਵੇਂ ਵੱਧ ਰਹੀ ਆ ਜੀ, ਉਸ ਚੀਜ਼ ਨੂੰ ਸਮਰਪਿਤ ਮੈਂ ਇੱਕ ਸ਼ੇਅਰ ਲਿਖਿਆ ਸੀ ਕਿ ਜਿਨ੍ਹਾਂ ਰਾਤ ਚੁੰਗਾਈ ਆਪਣੀ ਤਰਸਨ ਚੂਲੀ ਪਾਣੀ ਨੂੰ। ਵਾਹ। ਜਿਨ੍ਹਾਂ ਰਾਤ ਚੁੰਗਾਈ ਆਪਣੀ ਤਰਸਨ ਚੂਲੀ ਪਾਣੀ ਨੂੰ, ਇਹ ਜੀਂਦੇ ਜੀ ਹੀ ਮਰ ਚੁੱਕੇ ਬੱਚਿਆਂ ਦੀਆਂ ਮਾਵਾਂ ਨੇ। ਬਹੁਤ ਅੱਛਾ, ਬਹੁਤ ਅੱਛਾ। ਇਹ ਕਹਿਣਾ ਬਹੁਤ ਮੁਸ਼ਕਿਲ ਸੀ ਪਰ ਇਹ ਕਹਿਣਾ ਪਿਆ, ਕਿਉਂਕਿ ਸਮਾਜਿਕ ਵਰਤਾਰੇ ਨੂੰ ਵੇਖਦਿਆਂ ਹੋਇਆ ਜਿਹੜਾ ਕਵੀ ਆ ਉਹ ਆਪਣੀ ਕਲਮ ਨੂੰ ਰੋਕ ਨਹੀਂ ਸਕਦਾ। ਜੀ ਜੀ। ਤੇ ਬਾਕੀ ਸਮਾਜ ਨੂੰ ਕੀ ਦੇਣ ਵਾ ਜਾਂ ਸਮਾਜ ਕੀ ਕਿਸ ਤਰੀਕੇ ਨਾਲ, ਕਿਉਂਕਿ ਸਮਾਜ ਵੀ ਭਾਲਦਾ ਨਾ, ਜਿਹੜੇ ਹੁਣ ਲੇਖਕ ਨੇ, ਜਿਹੜੇ ਕਵੀ ਨੇ ਸਾਡੇ, ਸਮਾਜ ਉਹਨਾਂ ਦੇ ਵੱਲ ਦੇਖਦਾ, ਕਵੀ ਸਮਾਜ ਦੇ ਵੱਲ ਦੇਖਦਾ। ਸਮਾਜ ਵੀ ਮੂੰਹ ਚੱਕੀ ਵੇਖਦਾ ਹੈ ਕਿ ਇਹ ਲੇਖਕ ਮੈਨੂੰ ਕੀ ਦੇ ਰਿਹਾ, ਇਹਦੀ ਦੇਣ ਕੀ ਹੈ ਮੇਰੇ ਲਈ। ਇਹਦੇ ਵਾਸਤੇ ਤੁਸੀਂ ਕੀ ਕਹਿੰਦੇ ਹੋ ਕਿ ਇੱਕ ਕਵੀ ਨੂੰ ਕਿੰਨਾ ਕੁ ਜ਼ਿੰਮੇਵਾਰ ਹੋਣਾ ਪਏਗਾ, ਕਿੰਨਾ ਕੁ ਸੁਚੇਤ ਹੋਣਾ ਪਏਗਾ? ਕਿਉਂਕਿ ਸਮਾਜ ਜਿਵੇਂ ਇੱਕ ਬਾਲ ਉਡੀਕਦਾ ਹੁੰਦਾ ਨਾ ਆਪਣੇ ਬਾਪ ਨੂੰ ਕਿ ਉਹਨੇ ਸ਼ਾਮ ਨੂੰ ਆਉਣਾ, ਝੋਲੇ ਦੇ ਵਿੱਚ ਉਹਦੇ ਚੀਜ਼ੀ ਹੋਣੀ ਹੈ, ਇਸੇ ਤਰ੍ਹਾਂ ਸਮਾਜ ਵੀ ਆਪਣੀ ਜ਼ਿੰਦਗੀ ਦੀ ਰੂਹ ਦੀ ਚੀਜ਼ੀ ਭਾਲਣ ਦੇ ਲਈ ਲੇਖਕ ਵੱਲ ਝਾਕਦਾ। ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਸੁਚੇਤ ਹੋਣਾ ਪਏਗਾ? ਸਰ, ਇਹਦੇ ਵਿੱਚ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ। ਸਮੇਂ ਲਈ ਜਿਹੜਾ ਲਿਖਿਆ ਇਤਿਹਾਸ ਆ, ਸਾਹਿਤ ਵਾ, ਉਹ ਇਤਿਹਾਸ ਦਾ ਰੂਪ ਹੀ ਧਾਰਨ ਕਰ ਲੈਂਦਾ ਜਿੱਥੋਂ ਸਾਨੂੰ ਪਤਾ ਲੱਗਦਾ। ਹੁਣ ਫਿਰਕੂ ਦੰਗਿਆਂ ਦੀ ਗੱਲ ਕਰੀਏ, ਪਿਛਲੇ ਸਮਿਆਂ ਦੀ ਗੱਲ ਕਰੀਏ ਤੇ ਆਪਾਂ ਨੂੰ ਅਮਰਤਾ ਪ੍ਰੀਤਮ ਜੀ ਦੀਆਂ ਕਵਿਤਾਵਾਂ ਤੋਂ ਕਿੰਨਾ ਕੁਝ ਵੇਖਣ ਨੂੰ ਮਿਲਦਾ, ਜਾਂ ਉਸ ਸਮੇਂ ਦੇ ਸਮਕਾਲੀ ਉਹਨਾਂ ਦੇ ਕਵੀ ਸੀ ਉਹਨਾਂ ਤੋਂ। ਹੁਣ ਇਸ ਸਮੇਂ ਵਿੱਚ ਅਸੀਂ ਜੋ ਸੱਚ ਬੋਲਦੇ ਹਾਂ ਕਿ ਜੋ ਵੀ ਧੱਕੇਸ਼ਾਹੀ ਹੋ ਰਹੀ ਆ ਜਾਂ ਮੌਜੂਦਾ ਹਾਲਾਤ ਦੇ ਬਾਰੇ 'ਚ ਲਿਖਦੇ ਹਾਂ, ਜੇ ਅਸੀਂ ਪੱਖਪਾਤ ਕਰਾਂਗੇ ਤੇ ਮੇਰੇ ਖਿਆਲ 'ਚ ਬੜਿਆ ਗਲਤ ਹੋਵੇਗਾ। ਤੇ ਸਮਾਜ ਦਾ ਹੂਬਹੂ ਜੋ ਵੀ ਵਾਪਰ ਰਿਹਾ ਉਸ ਤਾਣੇ ਬਾਣੇ ਨੂੰ ਪੇਸ਼ ਕਰਨਾ ਜਿਹੜਾ ਵਾ ਇੱਕ ਸਾਹਿਤਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਬਿਲਕੁਲ ਜੀ, ਔਰ ਇਹ ਹੋਣੀ ਵੀ ਚਾਹੀਦੀ ਆ। ਕਹਿੰਦੇ ਨੇ ਕਿ ਗਰਮ ਹਵਾ ਨੂੰ ਠੰਡੀ ਸੀਤ ਨਾ ਲਿਖੋ, ਘੁੱਗੀਆਂ ਦੇ ਲਹੂ ਵਿੱਚ ਗੀਤ ਨਾ ਲਿਖੋ। ਕਵਿਤਾ ਜਿਹੜੀ ਹੋਣੀ ਚਾਹੀਦੀ ਆ, ਗੀਤ ਜਿਹੜਾ ਹੋਣਾ ਚਾਹੀਦਾ, ਗਜ਼ਲ ਜਿਹੜੀ ਹੋਣੀ ਚਾਹੀਦੀ ਹੈ, ਉਹ ਤੁਹਾਡੀ ਇੱਕ ਸੱਚਮੁੱਚ ਰੂਹ ਦੀ, ਤੁਹਾਡੇ ਆਲੇ ਦੁਆਲੇ ਦੀ ਤਰਜਮਾਨੀ ਕਰਦੀ ਹੋਣੀ ਚਾਹੀਦੀ ਹੈ। ਔਰ ਤੁਸੀਂ ਅਧਿਆਪਨ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੋ, ਔਰ ਇਸ ਕਿੱਤੇ ਦੇ ਦੌਰਾਨ ਤੁਹਾਨੂੰ ਬਹੁਤ ਸਾਰੇ ਵਿਦਿਆਰਥੀ ਵੀ ਮਿਲੇ ਹੋਣਗੇ, ਜਿਵੇਂ ਤੁਸੀਂ ਕਿਸੇ ਨੂੰ ਮਿਲੇ ਸੀ। ਤੁਹਾਨੂੰ ਵੀ ਲੱਗਾ ਕਿ ਕੋਈ ਕੁੜੀ ਜਾਂ ਕੋਈ ਮੁੰਡਾ ਕੋਈ ਕਵਿਤਾ ਲਿਖਦਾ ਹੈ ਜਾਂ ਉਹਦੇ ਅੰਦਰ ਕੋਈ ਹੁਨਰ ਹੈ, ਤੁਸੀਂ ਉਹਦੇ ਮੋਢੇ 'ਤੇ ਹੱਥ ਰੱਖਿਆ, ਤੁਸੀਂ ਉਹਨੂੰ ਪ੍ਰੇਰਿਤ ਕੀਤਾ, ਉਹ ਇਸ ਖੇਤਰ ਦੇ ਵਿੱਚ ਆਇਆ। ਬਿਲਕੁਲ ਸਰ, ਮੈਂ ਇਸ ਵੇਲੇ ਜੌਬ ਜੋ ਕਰ ਰਹੀ ਹਾਂ ਸਰਕਾਰੀ ਐਲੀਮੈਂਟਰੀ ਆਨੰਦਪੁਰ ਸਕੂਲ ਵਿੱਚ ਐਜ ਏ ਮੁੱਖ ਅਧਿਆਪਕਾ ਕਰ ਰਹੀ ਹਾਂ। ਇਸ ਤੋਂ ਪਹਿਲਾਂ ਮੈਂ 12 ਸਾਲ ਸਰਕਾਰੀ ਐਲੀਮੈਂਟਰੀ ਸਕੂਲ ਦੇਸੂਵਾਲਾ ਨਸ਼ਹਿਰਾ ਪੰਨੂਆ ਵਿਖੇ ਪੜ੍ਹਾਇਆ। ਤੇ ਮੈਨੂੰ ਯਾਦ ਆ ਕਿ ਜਦੋਂ ਮੈਂ ਪੜ੍ਹਾ ਰਹੀ ਸੀ ਤੇ ਮੈਂ ਜਦੋਂ ਰੋਜ਼ਾਨਾ ਕੁਛ ਨਾ ਕੁਛ ਡਾਇਰੀ ਤੇ ਲਿਖਦੀ ਤੇ ਮੇਰੇ ਬੱਚੇ ਉਸ ਚੀਜ਼ ਨੂੰ ਇਮੀਟੇਟ ਕਰਦੇ ਸਨ। ਇੱਕ ਬੱਚਾ ਮੇਰੇ ਕੋਲ ਆਉਂਦਾ ਤੇ ਮੈਨੂੰ ਪੁੱਛਦਾ ਕਿ ਮੈਮ ਤੁਸੀਂ ਕੀ ਕੀ ਲਿਖ ਰਹੇ ਹੋ, ਤੇ ਮੈਂ ਕਹਿ ਰਹੀ ਹਾਂ ਕਿ ਇਹ ਕਵਿਤਾ ਵਾ ਬੇਟਾ, ਤੈਨੂੰ ਸਮਝ ਨਹੀਂ ਆਉਣੀ। ਪਹਿਲਾਂ ਮੈਂ ਸੋਚਿਆ ਕਿ ਬੱਚਾ ਤੀਸਰੀ ਕਲਾਸ ਦਾ, ਪਰ ਉਹ 2-3 ਦਿਨ ਬਾਅਦ 2 ਲਾਈਨਾਂ ਕਾਫੀਏ ਮਿਲਾ ਕੇ ਲੈ ਆਉਂਦਾ ਵਾ, ਸਿਰਫ ਉਹਨੂੰ ਵਿੱਚ ਸਮਝ ਨਹੀਂ ਹੈਗੀ, ਪਰ ਆਰ ਪਾਰ ਤਾਰ ਕਹਿ ਲਓ ਜਾਂ ਕੁਛ ਵੀ ਐਵੇਂ। ਮੈਨੂੰ ਲੱਗਾ ਕਿ ਇਹਦੇ ਵਿੱਚ ਜਿਹੜੇ ਕਵਿਤਾ ਦੇ ਬੀਜ ਆ ਉਹ ਹੈਗੇ ਆ। ਤੇ ਤੁਸੀਂ ਮੰਨੋਗੇ ਨਹੀਂ ਕਿ ਉਹਨੇ 1 ਸਾਲ ਦੇ ਵਿੱਚ ਆਪਣੇ ਗੀਤ ਲਿਖੇ ਤੇ ਵੌਇਸ ਆਫ ਪੰਜਾਬ ਦੇ ਵਿੱਚ ਹਰਚਰਨਪ੍ਰੀਤ ਸਿੰਘ ਨਸ਼ਹਿਰਾ ਪੰਨੂਆ ਤੋਂ ਆ, ਉਹਨੇ ਪਰਫਾਰਮ ਕੀਤਾ ਤੇ ਨਿਰੰਤਰ ਹੀ ਉਹ ਲਿਖ ਰਿਹਾ। ਬਹੁਤ ਅੱਛਾ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਨਾਂ ਸ਼ਾਇਦ ਮੈਂ ਗਿਣੂੰਗੀ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਏਗਾ। ਨਹੀਂ, ਇਸੇ ਤਰ੍ਹਾਂ ਹੀ ਆ, ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਜੇਕਰ ਹੁਣ ਅਸੀਂ ਦੇਖਿਆ ਜਾਵੇ, ਨਵੇਂ ਜਿਹੜੇ ਕਵੀ ਆ ਜਾਂ ਕਵਿਤਰੀਆਂ ਆ, ਉਹਨਾਂ ਨੂੰ ਅੱਗੇ ਵਧਾਉਣ ਦੇ ਵਾਸਤੇ ਉਹਨਾਂ ਨੂੰ ਕੋਈ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਕੋਈ ਸਲਾਹ ਹੋਵੇ, ਕਿਉਂਕਿ ਸਲਾਹਾਂ ਤੁਸੀਂ ਵੀ ਬਹੁਤ ਲਈਆਂ, ਬਹੁਤ ਸਲਾਹਾਂ ਵੀ ਲਈਆਂ, ਇਸਲਾਹਾਂ ਵੀ ਲਈਆਂ, ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜੋਗੀ ਜੀ, ਮੇਰਾ ਤੇ ਸੁਨੇਹਾ, ਮੇਰੇ ਖਿਆਲ 'ਚ ਸਾਰੇ ਬਹੁਤ ਸਮਝਦਾਰ ਨੇ ਅੱਜ ਕੱਲ੍ਹ,
ਪਰ ਮੇਰਾ ਸੁਨੇਹਾ ਇਹੋ ਆ ਕਿ ਬਹੁਤ ਜ਼ਿਆਦਾ ਜਿਹੜੀਆਂ ਸਾਹਿਤਕਾਰਾਂ ਵਾ ਕੁੜੀਆਂ ਵਾ ਜੀ ਉਹਨਾਂ ਦੇ ਮਨ ਵਿੱਚ ਵਲਵਲੇ ਹੁੰਦੇ ਆ, ਪਰ ਕਈ ਵਾਰ ਪਰਿਵਾਰਕ ਬੰਦਿਸ਼ਾਂ ਜੀ ਸਮਾਜਿਕ ਬੰਦਿਸ਼ਾਂ ਜਿਹੜੀਆਂ ਵਾ ਉਹਨਾਂ ਨੂੰ ਕਲਮ ਚੁੱਕਣ ਤੋਂ ਰੋਕਦੀਆਂ ਵਾ ਜੀ ਤੇ ਉੱਥੇ ਉਹਨਾਂ ਨੂੰ ਆਪਣੇ ਇਸ ਹੱਕ ਲਈ ਜਿਹੜਾ ਵਾ ਅੱਗੇ ਆਉਣਾ ਚਾਹੀਦਾ ਵਾ, ਉਹਨਾਂ ਨੂੰ ਲਿਖਣਾ ਚਾਹੀਦਾ ਵਾ, ਕਿਉਂਕਿ ਇੱਕ ਔਰਤ ਜਦੋਂ ਲਿਖਦੀ ਆ ਤੇ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਆ ਜੀ ਕਿਉਂਕਿ ਉਹਦੇ ਵਿੱਚ ਇੱਕ ਹੁਣ ਮੇਰੇ ਵਿੱਚ ਮੈਂ ਸਮਝਦੀ ਕਿ ਆਮ ਨਾਲੋਂ ਜ਼ਿਆਦਾ ਵਿਸ਼ਵਾਸ ਆਇਆ ਜੀ ਜਦੋਂ ਆਪਣੇ ਵਿਚਾਰਾਂ ਨੂੰ ਮੈਂ ਐਕਸਪ੍ਰੈਸ ਕਰਨ ਲੱਗੀ ਆ। ਜੀ ਤੇ ਠੀਕ ਇਸੇ ਤਰ੍ਹਾਂ ਮੈਂ ਇਹੋ ਹੀ ਗੁਣ ਆਪਣੀ ਧੀ 'ਚ ਪੈਦਾ ਕਰਾਂਗੀ, ਹੂੰ ਆਲੇ ਦੁਆਲੇ 'ਚ ਪੈਦਾ ਕਰਾਂਗੀ ਜੀ ਤੇ ਮੇਰੇ ਖਿਆਲ 'ਚ ਸਮੁੱਚੀ ਔਰਤ ਜਾਤੀ ਲਈ ਇੱਕ ਵਧੀਆ ਸ਼ੁਭ ਸ਼ਗਨ ਹੋਵੇਗਾ। ਬਿਲਕੁਲ ਜੀ, ਸ਼ੁਭ ਸ਼ਗਨ ਹੋਵੇਗਾ, ਕਿਉਂਕਿ ਇਹ ਜਿਹੜੀਆਂ ਕਵਿਤਾਵਾਂ ਨੇ ਇਹ ਇਸੇ ਤਰ੍ਹਾਂ ਹੀ ਰੁਮਕਦੀਆਂ ਰਹਿਣਗੀਆਂ। ਕੁਲਜੀਤ ਕੌਰ ਮੰਡ ਜੀ, ਅੱਜ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ, ਸਾਡੇ ਨਾਲ ਬਹੁਤ ਸਾਰੀ ਚਰਚਾ ਕੀਤੀ, ਤੁਹਾਡੀਆਂ ਕਵਿਤਾਵਾਂ ਵੀ ਹੋਈਆਂ, ਗਜ਼ਲਾਂ ਵੀ ਹੋਈਆਂ। ਤੁਹਾਡਾ ਇਸ ਬੇਸ਼ਕੀਮਤੀ ਸਮੇਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਧੰਨਵਾਦ।